Hi everyone, this is Stars of Knowledge London channel. Guys, in today's video, we will be doing reading multiple choice questions. And for that, I have chose passage 3 because mostly in reading, passage 3 is the one which is hard to crack, or it's normally always moderate, either it's a GT exam or it's an academic exam. So the passage I've chosen is passage 3, and we're going to do the multiple choice questions. There is 6 multiple choice questions in this passage, and I'm going to tell you how easily you can crack these questions and get mostly all of them right, 6 out of 6. So first I'm going to go through all the questions. So let's see. As you can see on your screen, we have questions from 28 to 33, and we have to choose the appropriate letters from A to D, and we have to apply in the questions given. So I'm gonna just quickly in a second go through all these questions. So 28, shoppers generally move. ਇਹਦੇ ਵਿੱਚੋਂ ਇਹ ਕਹਿ ਰਿਹਾ ਕਿ ਸ਼ਾਪਰਸ ਜਿਹੜੇ ਜਨਰਲੀ ਜਿਹੜੇ ਮੂਵ ਕਰਦੇ ਆ, ਕਿਸ ਤਰ੍ਹਾਂ ਮੂਵ ਕਰਦੇ ਆ। ਗਾਇਜ਼ ਜਨਰਲੀ ਨੂੰ ਧਿਆਨ ਰੱਖਿਓ ਕਿ ਇਹਦੀ ਜਗ੍ਹਾ ਕਾਮਨਲੀ, ਇਨ ਜਨਰਲ ਇਹ ਵਰਡ ਵੀ ਲਿਖੇ ਹੋ ਸਕਦੇ ਆ। ਐਂਟੀ ਕਲੌਕਵਾਈਜ਼, clockwise, around a shop, around the edge and go down the aisle when they want something. Okay, anti clockwise ਹੋ ਗਿਆ ਜਿੱਦਾਂ ਹੁਣ clock ਹੁੰਦਾ ਹੈ, ਘੜੀ ਹੋ ਗਿਆ। ਸਹੀ ਤਰੀਕੇ ਨਾਲ ਚੱਲਣਾ ਮੀਨਸ clockwise, ਉਲਟੇ ਤਰੀਕੇ ਦੇ ਵਿੱਚ ਚੱਲਣਾ ਮੀਨਸ ਐਂਟੀ clockwise. ਅਰਾਊਂਡ ਦ ਐਜ ਐਂਡ ਗੋ ਡਾਊਨ ਦ ਆਇਲ। ਅਰਾਊਂਡ ਦ ਐਜ ਮੀਨਸ ਮਤਲਬ ਕਿ ਹਰੇਕ ਆਇਲ ਦੇ ਬਿਲਕੁਲ ਕਾਰਨਰ 'ਤੇ, ਮਤਲਬ ਕਿ ਆਇਲ ਦੇ ਅੰਦਰ ਨਹੀਂ ਜਾਣਾ, ਉਹਦੇ ਬਿਲਕੁਲ ਜਿਹੜੇ ਆਊਟਸਾਈਡ ਉਹਦੇ ਕਾਰਨਰਸ ਹੁੰਦੇ ਆ, ਉਹਦੇ ਪੈਰਾਮੀਟਰਸ ਹੁੰਦੇ ਆ, ਬਿਲਕੁਲ ਉੱਥੇ ਐਜ 'ਤੇ ਚੱਲਣਾ। ਅਤੇ ਜੇ ਉਸ ਆਇਲ 'ਚ ਆਪਾਂ ਨੂੰ ਕੋਈ ਚੀਜ਼ ਚਾਹੀਦੀ ਆ ਦੈਨ ਗੋ ਡਾਊਨ, ਫਿਰ ਆਪਾਂ ਅੰਦਰ ਚਲੇ ਜਾਣਾ। ਅਪ ਵਨ ਆਇਲ ਐਂਡ ਡਾਊਨ ਦ ਨੈਕਸਟ, ਮਤਲਬ ਕਿ ਇੱਕ ਆਇਲ ਤੋਂ ਜਾਣਾ ਐਂਡ ਫਿਰ ਦੂਜੀ ਆਇਲ ਤੋਂ ਘੁੰਮਦੇ ਹੋਏ ਵਾਪਸ ਆ ਜਾਣਾ। ਨੈਕਸਟ ਇਜ਼ why are essentials everyday items generally found at the back of the shop? ਉਹ ਕਹਿ ਰਹੇ essentials, essentially ਮਤਲਬ ਕਿ necessity, ਜਿਹੜੀਆਂ ਡੇ ਟੂ ਡੇ ਐਵਰੀ ਡੇ ਯੂਜ਼ ਹੋਣ ਵਾਲੀਆਂ ਜਿਹੜੀਆਂ necessities ਆ, essentials ਆ, ਉਹ ਜਨਰਲੀ ਸ਼ਾਪ ਦੇ ਬਿਲਕੁਲ ਐਂਡ ਦੇ ਵਿੱਚ ਕਿਉਂ ਰੱਖੀਆਂ ਹੁੰਦੀਆਂ। ਰੀਜ਼ਨ ਇਜ਼ why. ਨੈਕਸਟ ਕੁਐਸਚਨ ਹੈਗਾ ਆ why are there different fresh food sections in a supermarket? ਇੱਕ ਸੁਪਰਮਾਰਕੀਟ ਦੇ ਵਿੱਚ ਫਰੈਸ਼ ਫੂਡ ਦੇ ਅਲੱਗ-ਅਲੱਗ ਸੈਕਸ਼ਨਸ, ਡਿਫਰੈਂਟ ਸੈਕਸ਼ਨਸ ਕਿਉਂ ਹੁੰਦੇ ਆ। ਨੈਕਸਟ ਕੁਐਸਚਨ ਇਜ਼ ਦ ਵਰਡ ਸਪੈਸ਼ਲ ਇਨ ਅ ਸੁਪਰਮਾਰਕੀਟ ਸਪੈਸੀਫਿਕਲੀ ਰਿਫਰ ਟੂ। ਉਹ ਕਹਿੰਦੇ ਕਿ ਸੁਪਰਮਾਰਕੀਟ ਦੇ ਵਿੱਚ ਜੇ ਕਿਤੇ ਵੀ ਵਰਡ ਸਪੈਸ਼ਲ ਲਿਖਿਆ ਆ ਤਾਂ ਉਹਦਾ ਐਕਚੁਅਲ 'ਚ ਕੀ ਮੀਨਿੰਗ ਆ। ਗਾਇਜ਼ ਜਿੱਦਾਂ ਸਪੈਸ਼ਲ ਆਫਰਸ ਹੁੰਦੇ ਆ, ਸਪੈਸ਼ਲ ਡਿਸਕਾਊਂਟਸ ਹੁੰਦੇ ਆ, ਸੋ ਜਦੋਂ ਵੀ ਸੁਪਰਮਾਰਕੀਟ 'ਚ ਕੋਈ ਸਪੈਸ਼ਲ ਵਰਡ ਲਿਖਿਆ ਹੁੰਦਾ ਉਹਦਾ ਕੀ ਮੀਨਿੰਗ ਆ ਐਜ਼ ਪਰ ਦਿਸ ਪੈਰਾਗ੍ਰਾਫ। ਨੈਕਸਟ ਇਜ਼ what makes us spend a long time in certain sections of a supermarket? ਸੁਪਰਮਾਰਕੀਟ ਦੇ ਕਿਸੇ ਵੀ ਸੈਕਸ਼ਨਸ ਦੇ ਵਿੱਚ ਅਸੀਂ ਆਪਾਂ ਲੰਬਾ ਟਾਈਮ ਕਿਉਂ ਲਗਾਉਂਦੇ ਹਾਂ, ਉਹਦੀ ਕੀ ਵਜ੍ਹਾ ਆ। ਉੱਥੇ ਇੱਦਾਂ ਦਾ ਕੀ ਹੁੰਦਾ ਹੈ ਕਿ ਆਪਾਂ ਉਸ ਸੈਕਸ਼ਨ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ। ਦ ਲਾਸਟ ਵਨ ਇਜ਼ ਵਿਚ ਆਫ ਦੀ ਫੋਲੋਇੰਗ ਵਿਲ ਮੇਕ ਯੂ ਸਪੈਂਡ ਮੋਰ। ਥੱਲੇ ਦਿੱਤੇ ਹੋਏ ਆਪਸ਼ਨ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ, ਮਤਲਬ ਕਿ ਕੀ ਵਜ੍ਹਾ ਆ ਕਿ ਆਪਾਂ ਜ਼ਿਆਦਾ ਮਨੀ ਸਪੈਂਡ ਕਰਦੇ ਹਾਂ। ਵਿਲ ਮੇਕ ਯੂ ਸਪੈਂਡ ਮੋਰ ਮਨੀ ਔਨ ਦੈਮ। ਸੋ ਦੀਜ਼ ਆਰ ਦੀ ਕੁਐਸਚਨਸ, ਇਹ ਆਪਣੇ ਕੁਐਸਚਨਸ ਆ। ਨਾਓ ਲੈਟਸ ਮੂਵ ਔਨ ਟੂ ਦੈਟ। ਗਾਈਜ਼ ਆਪਣਾ ਪੈਸੇਜ ਹੈਗਾ, ਲਾਈਕ ਆਈਵ ਆਲਰੇਡੀ ਟੋਲਡ ਯੂ, ਪੈਸੇਜ 3 ਹੈਗਾ ਆ ਟਰੋਲੀ ਸਾਈਕੋਲੋਜੀ। ਟਰੋਲੀ ਜਿਹੜੀ ਆਪਾਂ ਸੁਪਰਮਾਰਕੀਟਸ 'ਚ ਲੈ ਕੇ ਜਾਂਦੇ ਹਾਂ, ਤੇ ਸਾਈਕੋਲੋਜੀ, what's in the mind of consumers or people who shops there. ਠੀਕ ਹੈ। what I have done is I've broken all of them in 2 paragraphs. ਆਪਾਂ ਪਹਿਲਾਂ 2 ਪੈਰੇ ਕਰਾਂਗੇ, ਦੈਨ ਕੁਐਸਚਨ ਕਰਾਂਗੇ, ਦੈਨ ਅਗਲੇ 2 ਪੈਰੇ ਕਰਾਂਗੇ, ਦੈਨ ਕੁਐਸਚਨ ਕਰਾਂਗੇ। ਉਹ ਈਜ਼ੀ ਹੋ ਜਾਊਗਾ ਆਪਣੇ ਲਈ, ਰਾਦਰ ਦੈਨ ਜਸਟ ਗੋਇੰਗ ਥਰੂ ਹੋਲ ਪੈਰਾਗ੍ਰਾਫ ਐਂਡ ਦੈਨ ਦ ਕੁਐਸਚਨਸ, ਵੀ ਮਾਈਟ ਸਕਿਪ ਸਮਥਿੰਗ। ਓਕੇ, ਸੋ ਲੈਟਸ ਸਟਾਰਟ। ਸੋ ਆਪਾਂ ਹੁਣ ਕੁਐਸਚਨ 28 ਬਿਠਾਉਂਦੇ ਹਾਂ ਪਹਿਲੇ 2 ਪੈਰਾਗ੍ਰਾਫਸ 'ਤੇ। ਕੁਐਸਚਨ ਹੈਗਾ ਸ਼ੋਪਰਸ ਜਨਰਲੀ ਮੂਵ। ਜਨਰਲੀ, ਕਾਮਨਲੀ ਸ਼ੋਪਰਸ ਕਿਸ ਤਰ੍ਹਾਂ ਮੂਵ ਕਰਦੇ ਆ। ਕਲੌਕਵਾਈਜ਼ ਕਰਦੇ ਆ, ਐਂਟੀ ਕਲੌਕਵਾਈਜ਼ ਕਰਦੇ ਆ, ਜਾਂ ਫਿਰ ਅਰਾਊਂਡ ਦੀ ਐਜ, ਇੱਕ ਐਜ ਦੇ ਉੱਤੇ ਖੜ੍ਹ ਕੇ, ਅਤੇ ਜੇ ਉਹਨਾਂ ਨੇ ਉਸ ਆਇਲ 'ਚੋਂ ਕੁਛ ਲੈਣਾ ਹੈ ਐਂਡ ਗੋ ਡਾਊਨ ਦ ਆਇਲ ਵੈਨ ਦੇ ਵਾਂਟ ਸਮਥਿੰਗ, ਐਂਡ ਲਾਸਟ ਇਜ਼ ਅਪ ਵਨ ਆਇਲ ਐਂਡ ਡਾਊਨ ਟੂ ਦ ਨੈਕਸਟ। ਸੋ ਲੈਟਸ ਗੋ ਥਰੂ ਆਰ ਪੈਸੇਜ। Have you ever noticed that when you walk into a shop,
you tend to look over or way to the right। ਉਹ ਕਹਿੰਦੇ ਜਦੋਂ ਵੀ ਆਪਾਂ ਨਾਰਮਲੀ ਸ਼ਾਪ ਕਰਦੇ ਹਾਂ ਇਟਸ ਟੈਂਡ ਸਾਈਕੋਲੋਜੀ ਨਾਲ ਹੀ ਕਿ ਆਪਾਂ ਆਪਣੇ ਰਾਈਟ ਵੱਲ ਨੂੰ ਦੇਖਦੇ ਹਾਂ, ਵੀ ਲੁੱਕ ਐਟ ਦ ਰਾਈਟ। Consumer psychologists say this is a classic biological trait linked to people's preference for using their right hand। Guys, yes, ज़्यादातर लोग right handed ਹੁੰਦੇ ਆ, ठीक है। There are very lefties or there are people like me who use both hands, right and left, ठीक है। So ज़्यादातर ਰਾਈਟੀਜ਼ ਹੁੰਦੇ ਆ। ਸੋ ਆਪਾਂ ਜਦੋਂ ਵੀ ਸ਼ਾਪਿੰਗ ਕਰਦੇ ਆ ਆਪਾਂ ਆਪਣਾ ਰਾਈਟ ਹੈਂਡ ਤੋਂ ਆਇਲਸ ਤੋਂ ਸਮਾਨ ਚੱਕਦੇ ਆ ਜਾਂ ਵੀ ਲੁੱਕ ਰਾਈਟ। ਸੋ ਉਹ ਕੀ ਕਰਦੇ ਆ, ਵਾਈਲ ਇਟਸ ਸਮਥਿੰਗ we tend to do in shops as well as places such as museum and art galleries, we do same things in the museums, supermarkets really capitalize on this, मतलब कि उस चीज़ ਨੂੰ ਧਿਆਨ 'ਚ ਰੱਖਦੇ ਆ। It's to the right where you will see temporary displays of products designed to grab your attention and entice you to make a snap purchase। So supermarkets ਕੀ ਕਰਦੇ ਆ, ਕਿਉਂਕਿ ਉਹਨੂੰ ਪਤਾ ਹੈ ਕਿ ਸਾਈਕੋਲੋਜੀ ਹੈ ਕੰਜ਼ਿਊਮਰ ਦੀ ਕਿ ਦੇ ਲੁੱਕ ਟੂਵਰਡਸ ਦੇ ਰਾਈਟ। ਸੋ ਜ਼ਿਆਦਾਤਰ ਜਿਹੜੀਆਂ ਅਟਰੈਕਟਿਵ ਟੈਂਪਰੇਰੀ ਗੁੱਡਸ ਹੁੰਦੀਆਂ, ਕੋਈ ਉਹਨਾਂ ਨੇ ਸੇਲਸ ਲਾਈਆਂ, ਕੋਈ ਡਿਸਕਾਊਂਟਸ ਲਗਾਏ ਆ, ਕੋਈ ਆਫਰਸ ਲਗਾਏ ਹੋਏ ਆ, ਉਹ ਜ਼ਿਆਦਾਤਰ ਉਹ ਚੀਜ਼ਾਂ ਜਦੋਂ ਤੁਸੀਂ ਸੁਪਰਮਾਰਕੀਟ ਜਾਂਦੇ ਹੋ ਰਾਈਟ ਸਾਈਡ 'ਤੇ ਰੱਖਦੇ ਆ। ਐਂਡ ਇਸ ਕਰਕੇ ਕਿਉਂਕਿ ਬੰਦਾ ਉਹ ਰਾਈਟ ਵੱਲ ਨੂੰ ਦੇਖਦਾ ਹੈ ਅਤੇ ਉਹ ਚੀਜ਼ਾਂ ਟੈਂਪਰੇਰੀ ਹੁੰਦੀਆਂ, ਇੰਸਟੈਂਟਲੀ ਆਪਾਂ ਉਹਨਾਂ ਚੀਜ਼ਾਂ ਨੂੰ ਪਰਚੇਜ਼ ਕਰ ਲੈਂਦੇ ਹਾਂ। This can be anything from fresh flowers and chocolates to umbrellas if it's been raining। Consumer psychologist and senior lecturer at Deccan University, Dr. Paul Harrison, says the location of a store's entry point has a significant effect on how people shop। So obviously entry point ਦਾ ਕੀ ਇਫੈਕਟ ਆ। ਹਜੇ ਤੱਕ ਇੱਥੇ ਕਿਤੇ ਵੀ ਇਹਨਾਂ ਨੇ ਮੂਵਮੈਂਟ ਬਾਰੇ ਗੱਲ ਨਹੀਂ ਕੀਤੀ ਹੈਗੀ ਕਿ ਜਨਰਲੀ ਮੂਵ ਜੋ ਆਪਣਾ ਕੁਐਸਚਨ ਆ। ਓਕੇ, let's read further। Right hand side entries favor anti-clockwise movements through the shop while left hand side entries favor clockwise patterns। So guys ਇੱਥੇ ਉਹਨੇ ਕਿਹਾ ਕਿ ਜਿਹੜੀ right hand side ਦੀਆਂ entries ਹੁੰਦੀਆਂ ਉਹ anti clockwise movement ਹੁੰਦੀਆਂ ਆ, ਅਤੇ ਜਿਹੜੀਆਂ left hand side entries ਹੁੰਦੀਆਂ ਉਹ clockwise ਪੈਟਰਨ ਹੁੰਦੀਆਂ। ਸੋ ਆਪਾਂ ਨੂੰ ਪਹਿਲੇ ਦੋ ਆਪਸ਼ਨ ਦਿੱਤੇ ਸੀ, ਐਂਟੀ ਕਲੌਕਵਾਈਜ਼ ਅਤੇ ਕਲੌਕਵਾਈਜ਼। ਸੋ ਦੈਟ ਮੀਨਸ ਕਿ ਇਹ ਦੋਨੇ ਆਪਣੇ ਫਸਟ 28 ਦੇ ਉੱਪਰ ਨਹੀਂ ਬੈਠਦੇ। ਲੈਟਸ ਰੀਡ ਫਰਦਰ। Research in the US has shown that shoppers who travel in an anti-clockwise direction will spend on average $2 more per clockwise। So guys, ਇੱਥੇ ਨਾਲ ਲਿਖਿਆ ਹੈ the most common path to travel in store is around the outside perimeter, dipping in and out of the aisle as needed। So ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ that ਆਪਣੇ 28th ਦਾ ਆਨਸਰ ਹੈ। Shopper generally move around the edge and go down the aisle when they want something। want something ਦੀ ਜਗ੍ਹਾ ਉਹਨਾਂ ਨੇ ਲਿਖਿਆ ਹੈ as needed। So 28th ਦਾ ਆਨਸਰ ਹੋ ਗਿਆ C। Now let's move on to our next questions। Okay, let's read the question 29 first। Why are essential everyday items generally found at the back of the shop? So everyday necessity ਵਾਲੀਆਂ items ਜਿੱਦਾਂ milk ਹੋ ਗਿਆ, bread ਹੋ ਗਿਆ, butter ਹੋ ਗਿਆ, ਠੀਕ ਹੈ, ਇਹ ਵਾਲੀਆਂ ਆਈਟਮਸ ਐਟ ਦੀ ਬੈਕ ਆਫ ਦੀ ਸ਼ਾਪ ਕਿਉਂ ਹੁੰਦੀਆਂ ਹੈ? ABCD, ਇਟਸ ਈਜ਼ੀਅਰ ਫॉर ਦ ਸਟਾਫ ਟੂ ਰੀਸਟਾਕ। ਉਹ ਕਹਿੰਦੇ ਸਟਾਫ ਲਈ ਈਜ਼ੀ ਹੁੰਦਾ ਉਹਨਾਂ ਨੂੰ ਦੁਬਾਰਾ ਸ਼ੈਲਫਸ ਨੂੰ ਭਰਨਾ, ਰੀਸਟਾਕ ਕਰਨਾ। ਇਟ ਟੈਂਪਟਸ ਯੂ ਟੂ ਬਾਏ ਮੋਰ ਐਜ਼ ਯੂ ਵਾਕ ਥਰੂ ਦ ਸ਼ਾਪ। ਉਹ ਕਹਿੰਦੇ ਜਦੋਂ ਤੁਸੀਂ ਪੂਰੀ ਸ਼ਾਪ ਤੋਂ ਹੈ ਨਾ ਵਾਕ ਕਰਕੇ ਆਪਣੀ ਨੈਸੈਸਿਟੀ ਵਾਲੀ ਆਈਟਮ ਲਈ ਬਿਲਕੁਲ ਐਂਡ ਤੱਕ ਜਾਂਦੇ ਆ ਤਾਂ ਤੁਹਾਨੂੰ ਟੈਂਪਟਸ ਮਤਲਬ ਕਿ ਉਹ ਤੁਹਾਨੂੰ ਯੂ ਫੀਲ ਲਾਈਕ ਟੂ ਬਾਏ ਅਦਰ ਥਿੰਗਸ, ਕਿਉਂਕਿ ਜਦੋਂ ਤੁਸੀਂ ਬਿਲਕੁਲ ਸ਼ਾਪ 'ਤੇ ਐਂਡ 'ਤੇ ਜਾਂਦੇ ਆ ਸਾਈਡਸ 'ਤੇ ਬਾਕੀ ਸਾਰੀਆਂ ਚੀਜ਼ਾਂ ਵੀ ਹੈਗੀਆਂ। ਸੋ ਵੈਨ ਯੂ ਵਾਕ ਡਾਊਨ ਤੁਸੀਂ ਯੂ ਲੁੱਕ ਅਰਾਊਂਡ ਦ ਅਦਰ ਥਿੰਗਸ ਐਜ਼ ਵੈਲ ਐਂਡ ਯੂ ਟੈਂਪਟ ਟੂ ਬਾਏ ਅਦਰ ਥਿੰਗਸ ਐਜ਼ ਵੈਲ। C ਹੈਗਾ ਆ ਵਾਕਿੰਗ ਥਰੂ is good exercise for the customer। So ਕਹਿੰਦੇ ਕਿ ਤੁਰ ਕੇ ਜਾਣਾ to the end of the store is a good exercise, customer ਲਈ ਇੱਕ ਅੱਛੀ exercise ਆ। It's cooler at the back and better for fresh food। ਉਹ ਕਹਿੰਦੇ at the back of the shop store ਦੇ ਬਿਲਕੁਲ ਬੈਕ 'ਤੇ ਜ਼ਿਆਦਾ ਠੰਡਾ ਹੁੰਦਾ ਹੈ, ਜ਼ਿਆਦਾ ਕੋਲਡ ਹੁੰਦਾ ਆ, ਅਤੇ ਜਿਹੜਾ ਇੱਦਾਂ ਦਾ ਫਰੈਸ਼ ਫੂਡ ਆ ਉਹਦੇ ਲਈ ਉਹ ਚੀਜ਼ਾਂ ਬੈਟਰ ਹੁੰਦੀਆਂ। So let's read our paragraph। Many supermarkets micromanage the various fresh food sections of the shop। Okay, so there are a lot of sections of that micromanage, मतलब कि थोड़े थोड़े उन्होंने fresh food ਦੇ sections ਰੱਖੇ ਹੁੰਦੇ ਆ।
Instead of approaching the shop as a single entity, they separate areas into a particular zones. ਉਹ ਕਹਿੰਦੇ rather than shop ਨੂੰ ਇੱਕ single entity ਬਣਾਉਣ ਦੀ ਜਗ੍ਹਾ ਉਹ ਜਿਹੜੇ areas ਆ particular zones ਨੂੰ ਛੋਟੇ ਛੋਟੇ areas ਦੇ ਵਿੱਚ separate ਕਰ ਦਿੰਦੇ ਆ। ਛੋਟੇ ਛੋਟੇ areas ਮਤਲਬ ਕਿ ਫਰੈਸ਼ ਫਰੂਟ ਬਹੁਤ ਤਰ੍ਹਾਂ ਦੇ ਹੁੰਦੇ ਆ, ਵੈਜੀਟੇਬਲਸ ਦਾ ਅਲੱਗ ਕਰਤਾ, ਮੀਟ ਦਾ ਅਲੱਗ ਕਰ ਦਿੱਤਾ, ਜਿਹੜੇ ਫਰੈਸ਼ ਹੁੰਦੇ ਆ, ਠੀਕ ਹੈ, ਬਨਸ ਦਾ ਅਲੱਗ ਕਰਤਾ। ਐਂਡ have developed different marketing plans for each of these areas ਤੇ ਉਹਨਾਂ ਨੇ ਇਸ ਹਰ ਏਰੀਆ ਲਈ ਇੱਕ different marketing plan ਬਣਾਇਆ ਹੁੰਦਾ ਆ, ਠੀਕ ਹੈ ਜੀ। and next ਹੈਗਾ these anchor departments usually include fresh food। so ਇਹਨਾਂ ਛੋਟੇ ਛੋਟੇ departments ਹੁੰਦਾ ਹੈ, fresh food ਹੋ ਗਿਆ, vegetables, meat, dairy products like milk, curd and all these, and the bakery, and all are designed to give shopper a sense of individual difference। ਤੇ ਉਹ ਕਹਿੰਦੇ ਸਾਰਾ ਇਸ ਕਰਕੇ ਡਿਜ਼ਾਈਨ ਕੀਤਾ ਹੋਇਆ ਤਾਂ ਕਿ ਸ਼ੌਪਰ ਨੂੰ ਲੱਗੇ ਕਿ ਵੈਰਾਈਟੀ ਆ, ਹੈ ਨਾ, ਸੈਂਸ ਆਫ ਇੰਡੀਵਿਜੂਅਲ ਡਿਫਰੈਂਟ ਆ। Research indicates consumers will spend more time in supermarket because of these different zones। ਰਿਸਰਚ ਕਹਿੰਦੀ ਆ ਕਿ ਕਿਉਂਕਿ ਇਹਨਾਂ ਨੇ ਇਹ ਛੋਟੇ ਛੋਟੇ ਡਿਫਰੈਂਟ ਜ਼ੋਨ ਬਣਾਏ ਆ, ਜਿਹੜਾ ਕੰਜ਼ਿਊਮਰ ਆ ਉਹ ਜ਼ਿਆਦਾ ਟਾਈਮ ਸਪੈਂਡ ਕਰਦਾ ਆ ਮਾਰਕੀਟ ਦੇ ਵਿੱਚ ਬਿਕੋਜ਼ ਆਫ ਦਿਸ, ਠੀਕ ਹੈ। ਨੈਕਸਟ ਕਹਿ ਰਹੇ ਆ ਨੈਕਸਟ ਪੈਰਾਗ੍ਰਾਫ, ever walked into a big supermarket just to buy some bread and milk and found yourself leaving with the basket of additional items। ਉਹ ਕਹਿੰਦੇ ਕੀ ਤੁਸੀਂ ਇਹ ਚੀਜ਼ ਸੋਚਿਆ ਕਿ ਤੁਸੀਂ ਇੱਕ ਵੱਡੀ ਸੁਪਰਮਾਰਕੀਟ ਜਾਂਦੇ ਆ ਸਿਰਫ ਬ੍ਰੈਡ ਜਾਂ ਫਿਰ ਮਿਲਕ ਨੂੰ ਬਾਏ ਕਰਨ ਲਈ, ਬਟ ਜਦੋਂ ਤੁਸੀਂ ਉੱਥੋਂ ਬਾਹਰ ਨਿਕਲਦੇ ਆ ਤਾਂ ਤੁਸੀਂ ਬਾਸਕਟ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਡੀਸ਼ਨਲ ਚੀਜ਼ਾਂ ਸਿੱਟ ਲਈਆਂ ਹੁੰਦੀਆਂ। A classic retailing trick is to locate the milk and bread at the very back of the store। ਉਹ ਕਹਿੰਦੇ ਇਹ ਕਲਾਸਿਕ ਰੀਟੇਲ ਦੀ ਚੀਜ਼ਾਂ ਵੇਚਣ ਦੀ ਇੱਕ ਕਲਾਸਿਕ ਬਹੁਤ ਹੀ ਕਾਮਨ ਜੀ ਟ੍ਰਿਕ ਜੋ ਯੂਜ਼ ਕਰਦੇ ਆ ਕਿ ਜਿਹੜਾ ਮਿਲਕ ਬ੍ਰੈਡ ਆ ਐਵਰੀਡੇ ਐਸੈਂਸ਼ੀਅਲਸ ਦੇ ਵਿੱਚ ਆਉਂਦਾ ਆ, ਨਸੈਸਿਟੀ 'ਚ ਆਉਂਦਾ, ਉਹਨੂੰ ਬਿਲਕੁਲ ਸਟੋਰ ਦੇ ਬੈਕ ਦੇ ਉੱਪਰ ਰੱਖਦੇ ਆ, often at the other end, to encourage short term shoppers to walk right through ਦੀ ਸ਼ੌਪ, ਤਾਂ ਕਿ ਉਹ ਕਸਟਮਰਸ ਨੂੰ ਇਨਕਰੇਜ ਕਰਦੇ ਆ ਕਿ ਉਹ ਬਿਲਕੁਲ ਸ਼ੌਪ ਦੇ ਰਾਈਟ ਥਰੂ ਤੋਂ ਪੂਰਾ ਤੁਰ ਕੇ ਜਾਣ ਐਂਡ ਬੀ ਟੈਂਪਟਡ ਬਾਏ ਅਦਰ ਮੋਰ ਐਕਸਪੈਂਸਿਵ ਪ੍ਰੋਡਕਟਸ ਅਲੋਂਗ ਦਾ ਵੇ। ਅਤੇ ਬਾਕੀ ਜਿਹੜੇ ਹੋਰ ਉਹਨਾਂ ਨੇ ਐਕਸਪੈਂਸਿਵ ਪ੍ਰੋਡਕਟਸ ਰੱਖੇ ਆ ਉਹਨਾਂ ਵੱਲ ਦੇਖ ਕੇ ਉਹਨਾਂ ਨੂੰ ਬਾਏ ਕਰਨ ਦੀ ਇੱਛਾ ਹੋਵੇ, ਦੇ ਆਰ ਟੈਂਪਟਡ। ਆਪਾਂ ਆਪਣੀ ਆਪਸ਼ਨਸ ਵਿੱਚ ਟੈਂਪਟ ਵਰਡ ਪੜ੍ਹਿਆ ਸੀਗਾ, ਲੈਟਸ ਗੋ ਥਰੂ ਦ ਆਪਸ਼ਨਸ ਅਗੈਨ। Why are the essential everyday items generally found at the back of the shop? Back of the shop, ਇੱਥੇ ਆਪਾਂ ਨੂੰ ਲਿਖਿਆ ਹੋਇਆ ਆ ਇਹ ਟ੍ਰਿਕ ਹੈ ਕਿ ਉਹ ਬੈਕ ਆਫ ਦੀ ਸ਼ੌਪ 'ਚ ਕਿਉਂ ਰੱਖਦੇ ਆ, ਟੂ ਇਨਕਰੇਜ ਸ਼ਾਰਟ ਟਰਮ ਸ਼ੋਪਰਸ ਟੂ ਵਾਕ ਰਾਈਟ ਥਰੂ ਇਟ, ਤਾਂ ਕਿ ਜਿਹੜਾ ਸ਼ੋਪਰ ਆ ਉਹ ਬਿਲਕੁਲ ਉਹਦੇ ਤੋਂ ਤੁਰ ਕੇ ਜਾਵੇ ਅਤੇ ਉਹਨੂੰ ਟੈਂਪਟੇਸ਼ਨ ਹੋਵੇ ਹੋਰ ਪ੍ਰੋਡਕਟਸ ਨੂੰ ਬਾਏ ਕਰਨ ਦੀ। ਸੋ ਆਪਣਾ ਇਹਦਾ ਆਨਸਰ ਹੋ ਗਿਆ ਬੀ, 29 ਦਾ ਆਨਸਰ ਹੋ ਗਿਆ ਬੀ, ਇਟ ਟੈਂਪਟਸ ਯੂ ਟੂ ਬਾਏ ਮੋਰ ਐਜ਼ ਯੂ ਵਾਕ ਥਰੂ ਦ ਸ਼ੋਪ। ਓਕੇ, ਸੋ ਆਪਾਂ ਨੂੰ 29 ਦਾ ਆਨਸਰ ਸੈਕਿੰਡ ਪੈਰਾਗ੍ਰਾਫ ਦੇ ਵਿੱਚ ਮਿਲ ਗਿਆ। ਐਜ਼ ਯੂ ਕੈਨ ਸੀ ਆਈ ਹੈਵ ਹਾਈਲਾਈਟਡ ਦੈਟ ਐਜ਼ ਵੈਲ। Okay, the 30th question now. Why are there different fresh food sections in a supermarket? ਉਹ ਕਹਿੰਦੇ ਕਿ ਸੁਪਰਮਾਰਕੀਟ ਦੇ ਵਿੱਚ ਫਰੈਸ਼ ਫੂਡ ਦੇ ਅਲੱਗ-ਅਲੱਗ ਸੈਕਸ਼ਨਸ ਕਿਉਂ ਹੁੰਦੇ ਆ। ਗਾਈਜ਼ ਇਫ ਯੂ ਰਿਮੈਂਬਰ ਆਪਾਂ ਹੁਣੇ ਜਿਹੜਾ 29 ਦਾ ਕੁਐਸਚਨ ਕੀਤਾ ਉਹਦੇ ਪਹਿਲਾਂ ਜਿਹੜਾ ਆਪਾਂ ਉਹਦੇ ਉੱਪਰ ਪੈਰਾਗ੍ਰਾਫ ਪੜ੍ਹਿਆ ਉਹਦੇ ਵਿੱਚ ਆਪਾਂ ਸੈਕਸ਼ਨਸ ਬਾਰੇ ਪੜ੍ਹਿਆ। ਸੋ ਆਪਾਂ ਇੱਕ ਵਾਰੀ ਦੁਬਾਰਾ ਉੱਪਰਲਾ ਪੈਰਾਗ੍ਰਾਫ ਪੜ੍ਹਾਂਗੇ ਸੋ ਦੈਟ ਵੀ ਕੈਨ ਕਨੈਕਟ ਇਟ ਟੂ ਦ 30th। To make you feel you are visiting more than one shop, ਤਾਂ ਕਿ ਤੁਹਾਨੂੰ ਇੱਦਾਂ ਲੱਗੇ ਕਿ ਤੁਸੀਂ ਇੱਕ ਨਾਲੋਂ ਜ਼ਿਆਦਾ ਸ਼ੌਪਸ ਨੂੰ ਵਿਜ਼ਿਟ ਕਰ ਰਹੇ ਆ। ਟੂ ਮੇਕ ਯੂ ਥਿੰਕ ਦ ਸਟਾਫ ਆਰ ਐਕਸਪਰਟ ਇਨ ਦਿਸ ਸੈਕਸ਼ਨ, ਤਾਂ ਕਿ ਤੁਹਾਨੂੰ ਲੱਗੇ ਕਿ ਸਟਾਫ ਜਿਹੜਾ ਉਹ ਐਕਸਪਰਟ ਹੈ ਇਸ ਸੈਕਸ਼ਨ 'ਚ। ਆਈ ਥਿੰਕ ਸਟਾਫ ਐਕਸਪਰਟ ਵਾਲਾ ਨਹੀਂ ਹੋ ਕਿਉਂਕਿ ਆਪਾਂ ਸਟਾਫ ਬਾਰੇ ਕੁਛ ਨਹੀਂ ਪੜ੍ਹਿਆ ਸੀਗਾ। ਮੇਕ ਯੂ ਫੀਲ ਵਿਜ਼ਿਟਿੰਗ ਮੋਰ ਹੋ ਸਕਦਾ ਹੈ ਕਿਉਂਕਿ ਨਾ ਕਿਸੇ ਛੋਟੇ ਛੋਟੇ ਏਰੀਆਜ਼ ਬਣਾਏ ਤਾਂ ਕਿ ਤੁਹਾਨੂੰ ਇੱਦਾਂ ਲੱਗੇ ਕਿ ਡਿਫਰੈਂਟ ਜਗ੍ਹਾ ਆ। ਟੂ ਪ੍ਰੋਵਾਈਡ ਐਕਸਟਰਾ ਕਸਟਮਰ ਸਰਵਿਸ, ਸੋ ਓਕੇ, and the last one is to create a stronger aroma. So let's read that again. Many supermarkets micromanage the various fresh food sections of the shop. Instead of approaching the shop as a instead of single the jagah, they separate the areas into a particular zones and have developed different marketing plans for each of these areas. These anchor departments usually include fresh food, vegetables, meat and dairy. ठीक है जी। Research indicates consumer will spend more time in a supermarket because of these different zones. So that means कि ਉਹਨਾਂ ਨੇ ਇਹ ਕਿਸ ਚੀਜ਼ ਲਈ ਬਣਾਇਆ ਤਾਂ ਕਿ ਉਹ ਲੱਗੇ ਕਿ ਇੱਕ ਡਿਫਰੈਂਟ ਮਾਰਕੀਟਿੰਗ ਪਲਾਨਸ ਨਾਲ ਬਣਾਇਆ, ਇੱਕ ਡਿਫਰੈਂਟ ਜ਼ੋਨ ਆ, ਇੱਕ ਡਿਫਰੈਂਟ ਏਰੀਆਜ਼ ਆ। ਸੋ ਐਜ਼ ਅ ਸਿੰਗਲ ਨਾ ਲੱਗੇ, ਉਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਲੱਗਣ। ਸੋ ਦੈਟ ਮੀਨਸ ਕਿ ਆਪਣਾ ਜਿਹੜਾ 30th ਆ ਉਹਦਾ ਆਨਸਰ ਹੋਊਗਾ ਏ,
to make you feel you are visiting more than one shop. So ਇੱਥੇ ਲਿਖਿਆ ਆ instead of approaching the shop as a single entity. So ਤੁਹਾਨੂੰ ਇਦਾਂ ਨਾ ਲੱਗੇ ਕਿ ਤੁਸੀਂ ਇੱਕ ਸਿੰਗਲ ਐਂਟੀਟੀ ਇੱਕ ਸਿੰਗਲ ਸ਼ਾਪ 'ਚ ਚੱਲੇ ਆ, ਉਹਨਾਂ ਨੇ ਸੈਪਰੇਟ ਕੀਤੇ ਏਰੀਆ ਇਨਟੂ ਅ ਪਾਰਟਿਕੂਲਰ ਜ਼ੋਨ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਤੁਸੀਂ ਇੱਕ ਸਿੰਪਲ ਸ਼ਾਪ 'ਚ ਚੱਲੇ ਆ. ਸੋ 30th ਦਾ ਆਨਸਰ ਇਹ ਹੋ ਗਿਆ ਐਂਡ ਦੈਟ ਇਜ਼ ਔਨ ਦ ਟॉप ਪੈਰਾਗ੍ਰਾਫ. ਲੈਟਸ ਮੂਵ ਔਨ ਫਰਦਰ ਆਪਣੇ ਕੋ ਆ ਗਿਆ 31st ਕੁਐਸਚਨ. ਉਹ ਕਹਿ ਰਿਹਾ ਆ the word special in a supermarket specifically refers to. ਉਹ ਕਹਿੰਦੇ ਸੁਪਰਮਾਰਕੀਟ ਦੇ ਵਿੱਚ ਇੱਕ ਜਿਹੜਾ ਵਰਡ ਸਪੈਸ਼ਲ ਯੂਜ਼ ਕੀਤਾ ਹੈ ਉਹਦਾ ਕੀ ਮਤਲਬ ਹੈ, ਕਿਸ ਚੀਜ਼ ਨੂੰ ਰੈਫਰ ਕਰਦਾ ਹੈ. ਆਪਸ਼ਨਸ ਆ an item you believe must be worthwhile buying. ਸਪੈਸ਼ਲ ਵਰਡ ਉਹਨਾਂ ਆਈਟਮਸ ਲਈ ਯੂਜ਼ ਕੀਤਾ ਜੋ ਤੁਹਾਨੂੰ ਲੱਗਦਾ ਹੈ ਕਿ ਬਾਏ ਕਰਨੀਆਂ ਵਰਥੀ ਆ, ਉਹਨਾਂ ਦੀ ਵੈਲਿਊ ਆ, ਬਾਏ ਕਰਨਾ ਵਰਥੀ ਆ. ਆਈਟਮਸ ਯੂ ਥਿੰਕ ਯੂ ਕੈਨ ਨਾਟ ਬਾਏ ਐਨੀਵੇਅਰ ਐਲਸ, ਜਾਂ ਕੋਈ ਇੱਦਾਂ ਦੀਆਂ ਆਈਟਮਸ ਜੋ ਤੁਹਾਨੂੰ ਲੱਗਦੀਆਂ ਕਿ ਤੁਸੀਂ ਹੋਰ ਕਿਤੇ ਬਾਏ ਨਹੀਂ ਕਰ ਸਕਦੇ, ਸਿਰਫ ਤੁਹਾਨੂੰ ਇੱਥੇ ਹੀ ਮਿਲ ਰਹੀਆਂ ਸਪੈਸ਼ਲੀ. ਆਈਟਮਸ ਯੂ ਥਿੰਕ ਮਾਈਟ ਬੀ ਅਵੇਲੇਬਲ ਫॉर ਓਨਲੀ ਅ ਸ਼ਾਰਟ ਟਾਈਮ. ਕੁਛ ਇੱਦਾਂ ਮੇ ਬੀ ਉਹ ਵਾਲੀਆਂ ਆਈਟਮਸ ਜਿਹੜੀਆਂ ਸਿਰਫ ਸ਼ਾਰਟ ਟਾਈਮ ਦੇ ਲਈ ਅਵੇਲੇਬਲ ਆ, ਦੈਟਸ ਵਾਈ ਉਹਨਾਂ ਨੇ ਸਪੈਸ਼ਲ ਵਰਡ ਲਾਇਆ ਆ, ਬਾਅਦ ਵਿੱਚ ਨਹੀਂ ਮਿਲਣੀਆਂ ਟਾਈਮ ਖਤਮ ਹੋਣ ਤੋਂ ਬਾਅਦ 'ਚ. ਐਂਡ ਡੀ ਇਜ਼ ਆਲ ਆਫ ਅਬਵ. ਓਕੇ ਨਾਓ ਲੈਟਸ ਰੀਡ ਦ ਪੈਰਾਗ੍ਰਾਫ. ਅਕੋਰਡਿੰਗ ਟੂ ਹੈਰੀਸਨ ਦਾ ਪਹੁੰਚੇ ਪੜ੍ਹਿਆ ਸੀ ਡਾਕਟਰ ਪੌਲ ਹੈਰੀਸਨ, no matter what we might link to think, it's human nature to be attracted to bargain. Yes, human nature bargains no attract on that. So if you're getting something cheaper, we will definitely go there. Although we think we know we are being manipulated, we tend to fall for it anyway. ਉਹ ਕਹਿੰਦੇ ਈਵਨ ਤਾਂ ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਣੇ ਦਿਮਾਗ ਨਾਲ ਉਹ ਖੇਡ ਰਿਹਾ, ਸਾਨੂੰ ਮੈਨੀਪੂਲੇਟ ਕਰ ਰਿਹਾ, ਬਟ ਸਟਿਲ ਆਪਾਂ ਉਹਨਾਂ ਦੇ ਚਾਂਸ 'ਚ ਫਸ ਜਾਂਦੇ ਹਾਂ. Even the word special, guys, let's read carefully here. Even the word special plays on our subconscious. Just the word sets off a psychological process in your mind where if something is labeled, ਉਹ ਕਹਿੰਦੇ ਜਿੱਥੇ ਕੋਈ ਚੀਜ਼ ਨੂੰ ਸਪੈਸ਼ਲ ਲਿਖਿਆ ਹੁੰਦਾ ਹੈ, we think ਸਾਨੂੰ ਲੱਗਦਾ ਹੈ it must be good, ਮਤਲਬ ਕਿ ਇਹ ਚੀਜ਼ ਵਧੀਆ ਹੋਊਗੀ. ਸੋ 31 ਦਾ A ਕਹਿੰਦਾ ਆ an item you believe must be worthwhile, ਮਤਲਬ ਕਿ ਸੋ ਇਹ ਪਹਿਲੀ ਲਾਈਨ 'ਚ ਆਪਾਂ ਨੂੰ ਮਿਲ ਰਿਹਾ ਕਿ ਆਈਟਮ ਵਰਥਵਾਈਲ ਆ, ਮੀਨਸ ਆਈਟਮ ਇਜ਼ ਗੁੱਡ. ਇਟ ਆਲਸੋ ਫੀਡ ਇਨਟੂ ਅ ਥਿਊਰੀ ਨੋਨ ਐਜ਼ ਦ ਸਕਾਰਸਿਟੀ ਇਫੈਕਟ. ਗਾਈਜ਼ ਸਕਾਰਸਿਟੀ ਇਫੈਕਟ ਦਾ ਮਤਲਬ ਇਹ ਹੁੰਦਾ ਆ ਕਿ ਇਹ ਵਾਲੀ ਚੀਜ਼ ਸ਼ਾਰਟ ਟਾਈਮ ਦੇ ਲਈ ਆ. ਸਕਾਰਸਿਟੀ ਮਤਲਬ ਕਿ ਸ਼ਾਰਟਰ ਟਾਈਮ. ਦਿਸ ਵਿਲ ਵੇਅਰ ਵੀ ਥਿੰਕ ਦੈਟ if it's on special then it must only be available at the shop for a short time. ਹੁਣ ਸ਼ਾਰਟ ਟਾਈਮ ਦਾ ਵੀ ਆਪਾਂ ਇੱਥੇ ਪੜ੍ਹ ਕੇ ਹਟੇ ਹਾਂ. ਸੀ ਦੇ ਵਿੱਚ ਲਿਖਿਆ ਆਈਟਮ ਯੂ ਥਿੰਕ ਯੂ ਮਾਈਟ ਬੀ ਅਵੇਲੇਬਲ ਫॉर ਅ ਸ਼ਾਰਟ ਟਾਈਮ. ਦੈਨ ਲਾਸਟ ਇਜ਼ ਐਂਡ ਵੀ ਅਫੋਰਡ ਇਟ ਮੋਰ ਵੈਲਿਊ ਦੈਨ ਦ ਪ੍ਰੋਡਕਟਸ ਅਰਾਊਂਡ ਇਟ. ਆਈਟਮ ਯੂ ਥਿੰਕ ਯੂ ਕੈਨ ਬਾਏ ਕੈਨ ਨਾਟ ਬਾਏ ਐਨੀਵੇਅਰ ਐਲਸ. ਸੋ ਆਪਾਂ ਨੂੰ ਇੱਥੇ ਲੱਗਦਾ ਹੈ ਕਿ ਇਹ ਸਪੈਸ਼ਲ ਹੈ, ਸਾਨੂੰ ਲੱਗਦਾ ਹੈ ਕਿ ਗੁੱਡ ਹੈਗਾ, ਸਾਨੂੰ ਲੱਗਦਾ ਕਿ ਇਹਦਾ ਸਕਾਰਸਿਟੀ ਇਫੈਕਟ ਹੈ, ਦੈਟ ਮੀਨਸ ਕਿ ਕਿਤੇ ਹੋਰ ਸਾਨੂੰ ਨਹੀਂ ਮਿਲਣੀ ਹੈਗੀ, ਠੀਕ ਹੈ. ਐਂਡ ਸੈਕਿੰਡ ਦੇ ਮਸਟ ਬੀ ਓਨਲੀ ਅਵੇਲੇਬਲ ਫॉर ਅ ਸ਼ਾਰਟ ਟਾਈਮ. ਸੋ ਅੱਜ ਸਾਡਾ 31st ਦੇ ਉੱਤੇ ਤਿੰਨੇ ਚੀਜ਼ਾਂ ਬੈਠ ਰਹੀਆਂ ਆ, ABC ਤਿੰਨੇ ਬੈਠ ਰਹੇ ਆ. ਸੋ ਦੈਟ ਮੀਨਸ ਦ ਆਂਸਰ ਇਜ਼ 4th D, that is all of verb for the 31st. Let's move on to 32nd. Question says, what makes us spend a long time in certain sections? Let me just have this. What makes us spend a long time in certain sections of supermarket? ਇੱਦਾਂ ਦੀ ਕੀ ਵਜ੍ਹਾ ਆ ਕਿ ਅਸੀਂ ਸੁਪਰ ਮਾਰਕੀਟਸ ਦੇ ਕੁਝ ਸੈਕਸ਼ਨਸ ਦੇ ਉੱਤੇ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ? ਵਜ੍ਹਾ ਪ੍ਰਾਈਸ ਐਂਡ ਫਰੈਸ਼ਨੈਸ. ਪ੍ਰਾਈਸ ਉਹਨਾਂ ਦੀ ਵਜ੍ਹਾ ਉਹਨਾਂ ਦੇ ਪ੍ਰਾਈਸ ਹੋ ਸਕਦੇ ਆ, ਫਰੈਸ਼ ਜਾਂ ਉਹ ਪ੍ਰੋਡਕਟ ਉਹ ਵਜ੍ਹਾ ਹੋ ਸਕਦੀ ਆ. B ਇਜ਼ ਫਰੈਸ਼ ਐਂਡ ਕੁਆਲਿਟੀ ਅੱਛੀ ਹੋ ਸਕਦੀ ਆ, ਪ੍ਰਾਈਸ ਅੱਛਾ ਹੋ ਸਕਦਾ ਹੈ. C ਇਜ਼ ਬ੍ਰਾਂਡ ਐਂਡ ਹੂ ਵੀ ਆਰ ਬਾਇੰਗ ਫॉर. ਬ੍ਰਾਂਡ ਹੋ ਸਕਦਾ ਮੇ ਬੀ ਉਹ ਬ੍ਰਾਂਡਡ ਚੀਜ਼ ਹੋਵੇ ਅਤੇ ਆਪਾਂ ਕਿਹਦੇ ਲਈ ਬਾਏ ਕਰ ਰਹੇ ਹਾਂ. ਐਂਡ D ਇਜ਼ ਟੂ ਮਚ ਚੋਇਸ ਐਂਡ ਹੂ ਵੀ ਆਰ ਬਾਇੰਗ ਫॉर. ਬਹੁਤ ਜ਼ਿਆਦਾ ਚੋਇਸ ਹੋ ਸਕਦੀ ਆ. ਓਕੇ, ਲੈਟਸ ਫਰਦਰ ਰੀਡ ਔਨ ਦਿਸ. ਆਪਾਂ ਉੱਪਰ ਸਪੈਸ਼ਲ ਦਾ ਸਾਰਾ ਪੜ੍ਹਿਆ, ਉਹਦੇ ਵਿੱਚ ਕੁਛ ਵੀ ਇਹਦੇ ਬਾਰੇ ਨਹੀਂ ਲਿਖਿਆ ਸੀ. ਸੋ ਆਪਾਂ ਨੈਕਸਟ ਪੈਰਾ ਤੋਂ ਸ਼ੁਰੂ ਕਰਦੇ ਹਾਂ. Confusion and emotional involvement will have an effect on how long a person spends in front of a particular area in the supermarket. ਉਹ ਕਹਿੰਦੇ ਕਨਫਿਊਜ਼ਨ ਅਤੇ ਇਮੋਸ਼ਨਲ ਇਨਵੋਲਵਮੈਂਟ ਇਹ ਦੋਨੇ ਹੀ ਚੀਜ਼ ਰੋਲ ਪਲੇ ਕਰਦੇ ਆ ਕਿ ਕਿੰਨਾ ਬੰਦਾ ਜ਼ਿਆਦਾ ਟਾਈਮ ਸਪੈਂਡ ਕਰਦਾ ਇਨ ਡਿਫਰੈਂਟ ਏਰੀਆਜ਼ ਆਫ ਅ ਸੁਪਰਮਾਰਕੀਟ. ਬਟ ਆਪਾਂ ਕਨਫਿਊਜ਼ਨ ਅਤੇ ਇਮੋਸ਼ਨਲ ਵਰਡ ਆਪਣੀ ਆਪਸ਼ਨ 'ਚ ਕਿਤੇ ਨਹੀਂ ਪੜ੍ਹਿਆ. ਸੋ ਲੈਟਸ ਰੀਡ ਫਰਦਰ.
You might, for example, find consumers spending a long time in front of coffee selection area. Similarly, baby food and pet food purchases take longer because of the emotional involvement. ਸੋ ਇੱਥੇ ਉਹਨਾਂ ਨੇ ਹਾਂ ਇਹ ਚੀਜ਼ ਲਿਖੀ ਹੈ ਕਿ ਆਪਾਂ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ ਕਿਉਂਕਿ ਆਪਾਂ ਇਮੋਸ਼ਨਲੀ ਇਨਵੋਲਵ ਹੁੰਦੇ ਆ ਵਿਦ ਦ ਬੇਬੀ ਫੂਡ ਪੈਟ ਫੂਡ ਐਂਡ ਕੌਫੀ। ਸੋ ਆਪਣੇ ਆਪਸ਼ਨ ਦੇ ਵਿੱਚ ਕਿਤੇ ਵੀ ਉਹਨਾਂ ਨੇ ਇਮੋਸ਼ਨਲ ਇਨਵੋਲਵਮੈਂਟ ਬਾਰੇ ਕੋਈ ਗੱਲ ਨਹੀਂ ਕੀਤੀ ਹੈਗੀ। ਸੋ ਦਿਸ ਇਜ਼ ਨਾਟ ਰਾਈਟ, ਲੈਟਸ ਫਰਦਰ ਮੂਵ। Soups and dressings often involve long buy times because of sometimes confusing variety of option on offer. So ਉਹਨਾਂ ਨੇ ਕਿਹਾ ਕਿ ਜਿਹੜੇ soups and dressings like we have like varieties of jams, varieties of mayonnaise, varieties of spreads and everything ਹੈ ਨਾ, ਉਹਨਾਂ ਦੇ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਬਿਕੋਜ਼ ਆਫ ਦ ਸਮਟਾਈਮਸ ਕਨਫਿਊਜ਼ਿੰਗ ਵਰਾਇਟੀ ਆਫ ਆਪਸ਼ਨਸ, ਕਿਉਂਕਿ ਉਹਨਾਂ ਦੇ ਵਿੱਚ ਵਰਾਇਟੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਵੀ ਗੈਟ ਕਨਫਿਊਜ਼ਡ ਐਂਡ ਆਪਾਂ ਉਹਦੇ 'ਤੇ ਜ਼ਿਆਦਾ ਟਾਈਮ ਲਗਾਉਂਦੇ ਹਾਂ। ਲੈਟਸ ਟਰਾਈ ਟੂ ਫਿਟ ਦਿਸ। price and freshness, there's nothing we read about price and quality, we nothing read about the quality or price। brand and who are, ਇੱਥੇ ਉਹਨਾਂ ਨੇ ਕੌਫੀ ਦੀ ਗੱਲ ਕੀਤੀ ਆ, ਬੇਬੀ ਫੂਡ ਦੀ ਗੱਲ ਕੀਤੀ ਆ, ਪੈਟ ਫੂਡ ਦੀ ਗੱਲ ਕੀਤੀ ਆ, ਸੂਪਸ ਐਂਡ ਡਰੈਸਿੰਗਸ ਦੀ ਗੱਲ ਕੀਤੀ ਆ, ਬਟ ਉਹਨਾਂ ਨੇ ਕਿਤੇ ਵੀ ਕਿਸੇ ਬ੍ਰਾਂਡ ਦਾ ਨਾਮ ਨਹੀਂ ਲਿਆ ਅਤੇ ਨਾ ਹੀ ਉਹਨਾਂ ਨੇ ਬ੍ਰਾਂਡ ਵਰਡ ਯੂਜ਼ ਕੀਤਾ। ਲਾਸਟ ਇਜ਼ ਟੂ ਮਚ ਚੋਇਸ ਐਂਡ who we are buying for। ਸੋ ਦੈਟ ਮੀਨਸ ਕਿ ਆਪਣਾ ਆਂਸਰ ਡੀ ਇਹਦੇ 'ਤੇ ਬੈਠਦਾ। ਟੂ ਮਚ ਚੋਇਸ ਮੀਨਸ ਵਰਾਇਟੀ, ਉਸ ਚੀਜ਼ ਦੀ ਬਹੁਤ ਵਰਾਇਟੀ ਆ, ਬਹੁਤ ਸਾਰੀਆਂ ਚੋਇਸਿਸ ਆ, ਬਹੁਤ ਸਾਰੀਆਂ ਆਪਸ਼ਨਸ ਆ, ਇਸ ਕਰਕੇ ਆਪਾਂ ਕਨਫਿਊਜ਼ ਹੋ ਜਾਂਦੇ ਨੇ, ਆਪਾਂ ਜ਼ਿਆਦਾ ਟਾਈਮ ਲਗਾਉਂਦੇ ਹਾਂ। ਸੋ ਆਪਣਾ ਸੂਪਸ ਐਂਡ ਡਰੈਸਿੰਗ ਆਫਟਨ ਇਨਵੋਲਵ ਲੌਂਗ ਟਾਈਮ ਬਾਇੰਗ because of the confusing variety of options, that means too much choices। So 32 the answer ho gaya D। Let's further, as a result long buy time products are placed where shoppers will not feel hurried। so ਇੱਥੇ ਉਹਨਾਂ ਦੱਸਿਆ ਕਿ ਆਪਾਂ ਉਹਨਾਂ ਨੂੰ ਕਿੱਥੇ ਪਲੇਸ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਇੱਕ ਹਰੀ ਫੀਲ ਨਾ ਹੋਵੇ। Let's further move on to the 33। okay, last ਆਪਣਾ ਇੱਕ 33 question ਬਚਿਆ ਆ and this much is the paragraph is left। so let's read the question first। which of the following will make you spend more। ਉਹ ਕਹਿੰਦੇ ਥੱਲੇ ਦਿੱਤੀਆਂ ਹੋਈਆਂ ਆਪਸ਼ਨਸ ਵਿੱਚੋਂ ਕਿਹੜੀ ਆਪਸ਼ਨ ਮਤਲਬ ਕਿ why we spend more money in supermarkets। ਟੇਕਿੰਗ ਅ ਸ਼ੋਪਿੰਗ ਲਿਸਟ, ਜਦੋਂ ਆਪਾਂ ਸ਼ੋਪਿੰਗ ਲਿਸਟ ਲੈ ਕੇ ਜਾਂਦੇ ਹਾਂ ਕੀ ਆਪਾਂ ਜ਼ਿਆਦਾ ਪੈਸੇ ਉਦੋਂ ਸਪੈਂਡ ਕਰਦੇ ਹਾਂ। ਸ਼ੋਪਿੰਗ ਅਲੋਨ, ਜਦੋਂ ਆਪਾਂ ਇਕੱਲੇ ਸ਼ੋਪਿੰਗ ਕਰਦੇ ਹਾਂ ਕੀ ਆਪਾਂ ਉਦੋਂ ਜ਼ਿਆਦਾ ਪੈਸੇ ਲੈਂਦੇ ਹਾਂ। ਆਈ ਡੋਂਟ ਨੋ ਵਟ ਸ਼ੋਪਿੰਗ ਅਲੋਨ ਮੀਨਸ ਅਕੋਰਡਿੰਗ ਟੂ ਦੈਮ। ਸ਼ੋਪਿੰਗ ਇਨ ਅ ਬਿਗ ਸਟੋਰ, ਜਦੋਂ ਆਪਾਂ ਵੱਡੇ ਸਟੋਰ ਦੇ ਵਿੱਚ ਸ਼ੋਪਿੰਗ ਕਰਦੇ ਹਾਂ ਉਦੋਂ ਆਪਾਂ ਜ਼ਿਆਦਾ ਪੈਸੇ ਸਪੈਂਡ ਕਰਦੇ ਹਾਂ। ਹੈਵਿੰਗ ਅ ਮੀਲ ਬਿਫੋਰ ਯੂ ਗੋ ਟੂ ਦ ਸੁਪਰਮਾਰਕੀਟ, ਜੇ ਆਪਾਂ ਪਹਿਲਾਂ ਖਾਣਾ ਖਾ ਕੇ ਜਾਂਦੇ ਹਾਂ, ਵੀ ਹੈਵ ਆਰ ਮੀਲ ਲੰਚ ਔਰ ਡਿਨਰ ਔਰ ਵਟਐਵਰ, ਦੈਨ ਵੀ ਸਪੈਂਡ ਮੋਰ ਮਨੀ ਇਨ ਦ ਸੁਪਰਮਾਰਕੀਟ। ਸੋ ਲੈਟਸ ਸੀ ਦ ਪੈਰਾਗ੍ਰਾਫ। take a list, so first which likha hai taking a shopping list। take a list, people who shop with a list tend to spend less। so ਆਪਣਾ ਆਪਸ਼ਨ ਇਹ ਤਾਂ ਬਿਲਕੁਲ ਹੀ ਨਹੀਂ ਆ ਸਕਦਾ ਕਿਉਂਕਿ ਆਪਾਂ ਸਪੈਂਡਿੰਗ ਮੋਰ ਦੀ ਗੱਲ ਕਰ ਰਹੇ ਹਾਂ, ਤਾਂ ਕਹਿੰਦੇ ਜੇ ਤੁਸੀਂ ਲਿਸਟ ਲੈ ਕੇ ਜਾਂਦੇ ਆ ਯੂ ਸਪੈਂਡ ਲੈਸ। ਨੈਕਸਟ ਆ ਗਿਆ ਸ਼ॉप ਅਲੋਨ। ਸ਼ॉप ਅਲੋਨ ਦਾ ਮਤਲਬ ਆ ਪੀਪਲ ਹੂ ਸ਼ॉप ਐਜ਼ ਅ ਕਪਲ tend to put more in their trolley as each person will have their own ideas about what's important and should be purchased। well ਸਾਡੇ ਘਰ ਦੀ ਗੱਲ। ਸੋ ਸ਼ॉप ਅਲੋਨ ਗਏ, ਸ਼ॉप ਅਲੋਨ ਦਾ ਮਤਲਬ ਆ ਉਹ ਕਹਿੰਦੇ ਕਿ ਜਿਹੜੇ ਲੋਕੀ ਸ਼ॉप ਅਲੋਨ ਦਾ ਮੀਨਿੰਗ ਆ ਪੀਪਲ ਹੂ ਸ਼ॉप ਐਜ਼ ਅ ਕਪਲ, ਉਹ ਜ਼ਿਆਦਾਤਰ ਟਰੋਲੀ ਵਿੱਚ ਅਲੱਗ-ਅਲੱਗ ਚੀਜ਼ਾਂ ਰੱਖਦੇ ਰਹਿੰਦੇ ਆ ਆਪਣੇ ਆਪਣੇ ਆਈਡੀਆਜ਼ ਦੇ ਅਕੋਰਡਿੰਗ, ਜਿਹੜੀ ਚੀਜ਼ ਆ ਉਹਨਾਂ ਨੂੰ ਲੱਗਦਾ ਹੈ ਕਿ ਇੰਪੋਰਟੈਂਟ ਆ ਐਂਡ ਦੇ ਸ਼ੁੱਡ ਪਰਚੇਜ਼। okay, so ਆਪਣਾ ਜਿਹੜਾ ਆਪਸ਼ਨ ਬੀ ਆ ਸ਼ੋਪਿੰਗ ਅਲੋਨ, ਦੈਟ ਮੀਨਸ ਸ਼ॉप ਅਲੋਨ ਪੀਪਲ ਹੂ ਸ਼ॉप ਐਜ਼ ਅ ਕਪਲ ਟੈਂਡ ਟੂ ਪੁੱਟ ਮੋਰ। ਸੋ ਆਪਣਾ ਆਪਸ਼ਨ ਬੀ ਹੋ ਸਕਦਾ ਆ ਫਿਲਹਾਲ ਜੋ ਬੈਠਦਾ ਪਿਆ ਆ। ਬਟ ਲੈਟਸ ਕੁਇਕਲੀ ਗੋ ਥਰੂ ਦ ਲਾਸਟ ਪੈਰਾਗ੍ਰਾਫ। ਅਵੋਇਡ ਬਿਗ ਸੁਪਰਮਾਰਕੀਟਸ, don't shop at big supermarkets if you just want to drop in and pick up few things, you are much better off in a small store। it takes more। ਉਹ ਕਹਿੰਦੇ ਕਿ ਬਿਗ ਸੁਪਰਮਾਰਕੀਟਸ ਨੂੰ ਜਿਹੜਾ ਉਹਨਾਂ ਨੇ ਕਿਹਾ ਹੈ ਨੈਕਸਟ ਹੈਗਾ ਸ਼ੋਪਿੰਗ ਇਨ ਅ ਬਿਗ ਸਟੋਰ। ਬਿਗ ਸੁਪਰਮਾਰਕੀਟਸ ਨੂੰ ਕਹਿੰਦੇ ਅਵੋਇਡ ਕਰੋ ਜਿੱਥੇ ਤੁਸੀਂ ਬਸ ਇੱਕ ਚੀਜ਼ ਲੈਣੀ ਆ, ਡਰੋਪ ਇਨ ਐਂਡ ਪਿਕਅਪ ਹੀ ਕਰਨੀ ਹੈ ਥੋੜ੍ਹੀਆਂ ਚੀਜ਼ਾਂ, ਬੈਟਰ ਆ ਕਿ ਤੁਸੀਂ ਸਮੋਲ ਸਟੋਰ ਦੇ ਵਿੱਚ ਜਾਓ। ਇਟ ਟੇਕਸ ਮੋਰ ਐਫਰਟ ਟੂ ਗੈਟ ਇਨ ਐਂਡ ਆਊਟ ਆਫ ਅ ਬਿਗ ਸੁਪਰਮਾਰਕੀਟ। ਉਹ ਕਹਿੰਦੇ ਬਹੁਤ ਟਾਈਮ ਲੱਗ ਜਾਂਦਾ, ਬਹੁਤ ਐਫਰਟ ਲੱਗਦਾ ਕਿ ਬਿਗ ਸੁਪਰਮਾਰਕੀਟ ਤੁਸੀਂ ਜਾਣਾ, ਫਿਰ ਉੱਥੋਂ ਥੋੜ੍ਹੀਆਂ ਚੀਜ਼ਾਂ ਲੈਣੀਆਂ, ਦੈਨ ਵਾਪਸ ਬਾਹਰ ਆਉਣਾ, ਐਂਡ ਐਜ਼ ਅ ਰਿਜ਼ਲਟ ਯੂ ਮੇ ਫੀਲ ਦ ਨੀਡ ਟੂ ਸਟਾਕ ਅਪ ਵੰਸ ਯੂ ਆਰ ਇਨ ਦੇਅਰ। ਅਤੇ ਕਹਿੰਦੇ ਜਦੋਂ ਤੁਸੀਂ ਉਹ ਬਿਗ ਸੁਪਰਮਾਰਕੀਟਸ 'ਚ ਜਾਂਦੇ ਆ ਤਾਂ ਤੁਹਾਨੂੰ ਇੱਦਾਂ ਲੱਗਦਾ ਆ ਕਿ ਆਪਾਂ
ਸਟਾਕ ਭਰ ਲਈਏ, ਸਾਨੂੰ ਲੱਗਣ ਲੱਗ ਪੈਂਦਾ ਕਿ ਨਹੀਂ ਆਹ ਵੀ ਚੀਜ਼ਾਂ ਦੀ ਲੋੜ ਆ ਵੀ ਚੀਜ਼ਾਂ ਦੀ ਲੋੜ ਆ, ਆਪਾਂ ਚੀਜ਼ਾਂ ਭਰ ਲਈ ਆਪਣੀ ਟਰੋਲੀ 'ਚ। ਐਂਡ ਲਾਸਟ ਹੈਗਾ ਈਟ ਬਿਫੋਰ ਯੂ ਸ਼ੌਪ ਕਰਨ ਤੋਂ ਪਹਿਲਾਂ ਖਾਣਾ। ਸੋ ਦੈਟ ਇਜ਼ ਡੀ ਵਾਲਾ ਜਿਹੜਾ ਨਾ ਬੋਲਿਆ ਹੈ ਉਹਦੇ ਬਾਰੇ। ਡੋਂਟ ਸ਼ੌਪ ਵੈਨ ਯੂ ਆਰ ਹੰਗਰੀ, ਇਟਸ ਅ ਸ਼ੋਰ ਫਾਇਰ ਵੇ ਟੂ ਐਂਡ ਅਪ ਵਿਦ ਅ ਟਰੋਲੀ ਫੁੱਲ ਆਫ ਅਨਨੈਸੈਸਰੀ ਪਰਚੇਜ਼ਿਸ। ਉਹ ਕਹਿ ਰਹੇ ਆ ਕਿ ਕਦੀ ਵੀ ਨੈਵਰ ਸ਼ੌਪ ਵੈਨ ਯੂ ਆਰ ਹੰਗਰੀ। ਉਹ ਕਹਿੰਦੇ ਇਫ ਯੂ ਆਰ ਹੰਗਰੀ ਡੋਂਟ ਸ਼ੌਪ, ਬਿਕੋਜ਼ ਉਹਦੇ ਨਾਲ ਕੀ ਹੋਊਗਾ ਕਿ ਤੁਸੀਂ ਬਹੁਤ ਸਾਰੀਆਂ ਅਨਨੈਸੈਸਰੀ ਪਰਚੇਜ਼ਿਸ ਜਿਹੜੀਆਂ ਆ ਉਹ ਤੁਸੀਂ ਕਰ ਲਓਗੇ। ਸੋ ਗਾਈਜ਼ ਇਹਨਾਂ ਨੇ ਪੁੱਛਿਆ ਵਿਚ ਆਫ ਦੀ ਫੋਲੋਇੰਗ ਵਿਲ ਮੇਕ ਯੂ ਸਪੈਂਡ ਮੋਰ। ਸ਼ੋਪਿੰਗ ਲਿਸਟ ਲੈ ਕੇ ਜਾਣਾ ਇਜ਼ ਸਪੈਂਡ ਲੈਸ। ਸ਼ੋਪਿੰਗ ਅਲੋਨ ਦੈਟ ਮੀਨਸ ਐਜ਼ ਅ ਕਪਲ ਯੈਸ ਯੂ ਬਾਏ ਸੋ ਮੈਨੀ ਥਿੰਗਸ ਐਂਡ ਜਿਹੜੀਆਂ ਤੁਸੀਂ ਬਾਏ ਕਰਦੇ ਆ। ਸ਼ੋਪਿੰਗ ਇਨ ਅ ਬਿਗ ਸਟੋਰ ਦੇ ਵਿੱਚੋਂ ਕਹਿੰਦੇ ਅਵੋਇਡ ਕਰੋ, ਬਟ ਇੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਯੂ ਸਪੈਂਡ ਅ ਲੋਟ ਆਫ ਮਨੀ। ਲਾਸਟ ਨੂੰ ਲਿਖਿਆ ਹੈਵਿੰਗ ਅ ਮੀਲ ਬਿਫੋਰ ਯੂ ਗੋ ਟੂ ਅ ਸੁਪਰ ਮਾਰਕੀਟ। ਸੋ ਕਹਿੰਦੇ ਆ ਕਿ ਹੰਗਰੀ ਬਾਏ ਨਹੀਂ ਕਰਨਾ। ਸੋ ਉਹਨਾਂ ਨੇ ਉੱਥੇ ਹੰਗਰੀ ਦੀ ਗੱਲ ਕੀਤੀ ਆ, ਬਟ ਹੈਵਿੰਗ ਅ ਮੀਲ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਹੰਗਰੀ ਆ ਤਾਂ ਤੁਸੀਂ ਜ਼ਿਆਦਾ ਸਪੈਂਡ ਕਰਦੇ ਆ। ਹੈਵਿੰਗ ਅ ਮੀਲ ਦਾ ਮਤਲਬ ਹੈ ਕਿ ਯੂ ਸਪੈਂਡ ਲੈਸ, ਯੂ ਡੋਂਟ ਪੁੱਟ ਅਨਨੈਸੈਸਰੀ ਥਿੰਗਸ ਇਨ ਦੈਟ। So that means shopping alone, that is B. People who shop as a couple tend to put more in the trolley. So our answer for 33 is B. So guys, ਇਹ ਸੀਗੇ ਆਪਣੇ ਰੀਡਿੰਗ ਦੇ MCQs. They are very simple. ठीक है, नाले passage 3 है, this is the moderate passage we have taken for MCQs, but still you can get the answers very easily. Sometimes उन्होंने same exactly like you said कि tempting लिखिया सी, but अपने option च tempt word लिखिया सी. Sometimes they are very they use a completely same word in that, but sometimes the change is like ਜਿਹੜਾ generally ਉਹਨਾਂ ਨੇ commonly ਲਿਖਿਆ ਹੋਇਆ ਸੀਗਾ, sometimes they do these things. ਠੀਕ ਹੈ, ਬਟ ਇਹ ਬਹੁਤ ਹੀ ਕਾਮਨ ਹੁੰਦਾ ਹੈ। ਤੁਹਾਡੀ ਅੰਡਰਸਟੈਂਡਿੰਗ ਇਜ਼ ਮੋਰ ਇੰਪੋਰਟੈਂਟ। ਜਸਟ ਟਰਾਈ ਟੂ ਅੰਡਰਸਟੈਂਡ ਐਂਡ ਆਪਣੇ ਆਂਸਰਸ ਨੂੰ ਉਸ ਲਾਈਨ ਦੇ ਉੱਪਰ ਬਿਠਾ ਕੇ ਰੱਖੋ। ਐਂਡ ਜਿੱਥੇ ਤੁਹਾਨੂੰ ਵਰਡ ਮਿਲ ਗਿਆ ਨਾ, ਉਸ ਵਰਡ ਦੀ ਇੱਕ ਲਾਈਨ ਪਹਿਲਾਂ ਤੇ ਇੱਕ ਬਾਅਦ ਵਾਲੀ ਲਾਈਨ ਚੰਗੀ ਤਰ੍ਹਾਂ ਪੜ੍ਹੋ, ਕਿਉਂਕਿ ਤੁਹਾਡਾ ਆਂਸਰ ਉੱਥੇ ਹੀ ਹੁੰਦਾ ਹੈ। ਸੋ ਆਈ ਹੋਪ ਯੂ ਲਾਈਕ ਦਿਸ ਵੀਡੀਓ। ਇਫ ਯੂ ਡੂ ਪਲੀਜ਼ ਕਲਿੱਕ ਔਨ ਦ ਲਾਈਕ ਬਟਨ। ਤੇ I'll be back with more reading, listening, writing, all the videos, and please subscribe my channel Stars of Knowledge Jalandhar. And thanks for watching this video. Best of luck. Thank you, students. Thanks a lot.